वाहिगुरू जी का खालसा वाहिगुरू जी की फतेह। बच्चे ਆਪਾਂ ਨੈਕਸਟ ਟੌਪਿਕ ਕਰਨਾ ਹੈ ਜਿਹੜਾ ਕਿ ਕੁਆਲਿਟੀਜ਼ ਔਰ ਕੁਆਲੀਫਿਕੇਸ਼ਨ ਆਫ ਐਨ ਆਫਿਸ ਮੈਨੇਜਰ। ਕੁਆਲਿਟੀਜ਼ ਪੜਾਂਗੇ ਪਹਿਲਾਂ, ਉਹ 'ਚ ਕਿਹੜੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ। ਫਸਟ ਆਫ ਆਲ ਪਰਸਨਲ ਕੁਆਲਿਟੀਜ਼, ਇਟ ਇਨਕਲੂਡਸ ਟਾਸਕ, ਲੀਡਰਸ਼ਿਪ, ਜਜਮੈਂਟ, ਗੁੱਡ ਅਪੀਅਰੈਂਸ। ਉਹ 'ਚ ਲੀਡਰਸ਼ਿਪ ਦੀ ਕੁਆਲਿਟੀ ਹੋਣੀ ਚਾਹੀਦੀ ਹੈ, ਉਹਦੀ ਗੁੱਡ ਅਪੀਅਰੈਂਸ ਹੋਣੀ ਚਾਹੀਦੀ ਆ, ਇਹ ਨਹੀਂ ਆ ਕਿ ਦੇਖਣ ਨੂੰ ਨਾ ਚੰਗਾ ਲੱਗੇ, ਠੀਕ ਹੈ। ਪਲੇਇੰਗ ਮੈਨਰਸ, ਇਨੀਟੇਸ਼ਨ ਐਂਡ ਸਿੰਸੈਰਿਟੀ, ਉਹਦੇ ਵਿੱਚ ਸਿੰਸੈਰਿਟੀ ਹੋਣੀ ਚਾਹੀਦੀ, ਠੀਕ ਹੈ। ਮਤਲਬ ਪਰਸਨਲ ਕੁਆਲਿਟੀਜ਼ ਦਾ ਮਤਲਬ ਇੱਕ ਜਿਹੜੀ ਆਪਾਂ ਹਰ ਇੱਕ ਪਰਸਨ 'ਚ ਲੱਭਦੇ ਹਾਂ, ਠੀਕ ਹੈ। ਹੀ ਸ਼ੁੱਡ ਅੰਡਰਸਟੈਂਡ ਹਿਊਮਨ ਸਾਈਕੋਲੋਜੀ, ਕਿ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਜਿਹੜਾ ਵਰਕਰ ਉਹ ਕਿਹੜੀ ਇਸ ਤਰ੍ਹਾਂ ਬੋਲ ਰਿਹਾ ਅਤੇ ਕਿਉਂ ਬੋਲ ਰਿਹਾ ਹੈ। ਸੋ ਉਹਨੂੰ ਹਰ ਇੱਕ ਵਰਕਰ ਜਾਂ ਹਰ ਇੱਕ ਪਰਸਨ ਨੂੰ ਪੜ੍ਹਨਾ ਆਉਣਾ ਚਾਹੀਦਾ, ਠੀਕ ਹੈ ਜੀ। ਪੜ੍ਹਨ ਦਾ ਮਤਲਬ ਇਹ ਹੈ ਕਿ ਉਹਦੀ ਇੰਟਰਨਲ ਫੀਲਿੰਗਸ ਨੂੰ ਸਮਝਣਾ ਆਉਣਾ ਚਾਹੀਦਾ, ਠੀਕ ਹੈ। ਐਜੂਕੇਸ਼ਨ ਐਂਡ ਟ੍ਰੇਨਿੰਗ, ਹੀ ਮਸਟ ਬੀ ਕੀਨ ਸਟੂਡੈਂਟ ਆਫ ਕਮਰਸ। ਕਹਿੰਦੇ ਕਿ ਉਹਦੀ ਐਜੂਕੇਸ਼ਨ, ਜਿਹੜਾ ਇੱਕ ਮੈਨੇਜਰ ਆ ਉਹਦੀ ਐਜੂਕੇਸ਼ਨ ਕੀ ਹੋਣੀ ਚਾਹੀਦੀ ਹੈ, ਇੱਕ ਕਮਰਸ ਦਾ ਸਟੂਡੈਂਟ ਹੋਣਾ ਚਾਹੀਦਾ। ਫਾਈਨਾਂਸ ਦਾ, ਐਡਮਿਨਿਸਟ੍ਰੇਸ਼ਨ, ਸਾਈਕੋਲੋਜੀ, ਡਿਸਪਲਿਨ ਐਂਡ ਗੁੱਡ ਕਮਿਊਨੀਕੇਸ਼ਨ ਸ਼ੁੱਡ ਬੀ ਅਮੰਗ ਹਿਜ਼ ਗੁੱਡ ਹੈਬਿਟਸ। ਅਤੇ ਉਹਦੀ ਡਿਸਪਲਿਨ ਅਤੇ ਕਮਿਊਨੀਕੇਸ਼ਨ ਦਾ ਮਤਲਬ ਕੀ ਹੁੰਦਾ ਕਿ ਹਰ ਇੱਕ ਦੇ ਨਾਲ ਵਧੀਆ ਤਾਲਮੇਲ ਬਣਾ ਕੇ ਚੱਲਣਾ, ਜਾਂ ਹਰ ਇੱਕ ਨਾਲ ਵਧੀਆ ਚੰਗੀ ਤਰ੍ਹਾਂ ਗੱਲ ਕਰਨੀ, ਉਹ ਉਹਦੀ ਕੀ ਹੋਣੀ ਚਾਹੀਦੀ ਆ, ਇੱਕ ਕੀ ਗੁੱਡ ਹੈਬਿਟਸ ਹੋਣੀਆਂ ਚਾਹੀਦੀਆਂ। ਐਕਸਪੀਰੀਅੰਸ, ਹੀ ਮਸਟ ਹੈਵ ਐਡੁਕੇਟ ਐਕਸਪੀਰੀਅੰਸ ਟੂ ਲੀਡ ਦ ਆਫਿਸ ਸਟਾਫ। ਐਕਸਪੀਰੀਅੰਸ ਮੇਕਸ ਏ ਪਰਸਨ ਗ੍ਰੇਟ। ਹੀ ਮਸਟ ਹੈਵ ਹਿਜ਼ ਐਕਸਪੀਰੀਅੰਸ ਇਨ ਡਿਵਰਸੀਫਾਈਡ ਫੀਲਡਸ। ਕਹਿੰਦਾ ਕਿ ਉਹਦੇ ਕੋਲ ਐਕਸਪੀਰੀਅੰਸ ਵੀ ਹੋਣਾ ਚਾਹੀਦਾ, ਭਾਵੇਂ 1 ਸਾਲ ਦਾ ਹੋਵੇ, ਭਾਵੇਂ 2 ਸਾਲ ਦਾ ਹੋਵੇ, ਭਾਵੇਂ ਵੱਖ-ਵੱਖ ਫੀਲਡਸ 'ਚ ਹੋਵੇ, ਪਰ ਉਹਦੇ ਕੋਲ, ਕਿਉਂਕਿ ਐਕਸਪੀਰੀਅੰਸ ਦੇ ਨਾਲ ਹੀ ਬੰਦਾ ਹਰ ਇੱਕ ਚੀਜ਼ ਸਿੱਖਦਾ ਹੈ। ਗੁੱਡ ਆਰਗੇਨਾਈਜ਼ਰ, ਹੀ ਸ਼ੁੱਡ ਬੀ ਅ ਗੁੱਡ ਆਰਗੇਨਾਈਜ਼ਰ। ਹੀ ਮਸਟ ਬੀ ਅ ਗੁੱਡ ਲੀਡਰ, ਅ ਗੁੱਡ ਗਾਈਡ। ਕਹਿੰਦਾ ਕਿ ਇੱਕ ਵਧੀਆ ਲੀਡਰ ਹੋਣਾ ਚਾਹੀਦਾ, ਗਾਈਡ ਕਰਨ ਵਾਲਾ ਹੋਣਾ ਚਾਹੀਦਾ। ਗੁੱਡ ਡਿਸਟਰੀਬਿਊਟਰ ਆਫ ਵਰਕ, ਕਿ ਡਿਸਟਰੀਬਿਊਟ ਇਹ ਨਹੀਂ ਇੱਕ ਨੂੰ ਜ਼ਿਆਦਾ ਕੰਮ ਦੇਤਾ ਦੂਸਰੇ ਨੂੰ ਘੱਟ ਦੇਤਾ। and should have capacity to delegate the authority regarding work so that work may be given according to the abilities and capabilities of the subordinates, ਠੀਕ ਹੈ। ਇਹ ਬੱਚੇ ਉਹਦੇ ਵਿੱਚ ਕੀ ਆ, ਕੁਆਲਿਟੀਜ਼ ਆ ਸਾਰੀਆਂ। ਇਹਦੇ ਵਿੱਚ ਡੈਲੀਗੇਟ ਦਾ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਨਾ ਕਿ ਆਪਣਾ ਕੰਮ ਕਿਸੇ ਨੂੰ ਵੰਡਣਾ, ਠੀਕ ਹੈ ਨਾ। ਡੈਲੀਗੇਟ ਦਾ ਮਤਲਬ ਹੁੰਦਾ ਕੰਮ ਵੰਡਣਾ, ਅਤੇ ਕਹਿੰਦਾ ਕਿ ਵੰਡਣਾ ਕਿ ਇਹਦੇ ਅਕੋਰਡਿੰਗ ਜਿੱਦਾਂ ਦੀਆਂ ਵਰਕਰਸ ਦੇ ਵਿੱਚ ਕੀ ਆ ਸ਼ਮਤਾਵਾਂ ਵਾਂ, ਠੀਕ ਹੈ। ਇਹ ਹੋ ਗਈਆਂ ਕੁਆਲਿਟੀਜ਼। ਨਾਓ ਵੀ ਵਿਲ ਡੂ ਕੁਆਲੀਫਿਕੇਸ਼ਨ। ਹੁਣ ਉਹਦੀਆਂ ਕੁਆਲਿਟੀਜ਼ ਐਂਡ ਕੁਆਲੀਫਿਕੇਸ਼ਨ ਐਕਸਪੈਕਟਡ ਫਰਮ ਮੈਨੇਜਰ, ਠੀਕ ਹੈ ਜੀ। ਫੋਲੋਇੰਗ ਕੁਆਲਿਟੀਜ਼, ਹੁਣ ਦੇਖੋ ਇਹ ਸਾਰੀਆਂ ਕੀ ਆ, ਪਰਸਨਲ ਕੁਆਲਿਟੀਜ਼ ਹੋ ਗਈਆਂ। ਜਾਂ ਤੁਸੀਂ ਇਹਨਾਂ ਨੂੰ ਇੱਕ ਮੈਂ ਸਿੱਧੀ ਜੀ ਇੱਕ ਗੱਲ ਕਹੂੰਗੀ, ਪਹਿਲਾਂ ਆਪਾਂ ਇਹਨੂੰ ਪੜ੍ਹ ਲੈਂਦੇ, ਫਿਰ ਮੈਂ ਤੁਹਾਨੂੰ ਦੱਸ ਦੂੰਗੀ ਕਿ ਉਹਨੂੰ ਲਿਖਣਾ ਕਿੱਦਾਂ। ਫਸਟ ਆਫ ਆਲ ਹੁਣ ਕੁਆਲੀਫਿਕੇਸ਼ਨ ਉਹਦੀ ਕੀ ਹੋਣੀ ਚਾਹੀਦੀ ਹੈ। ਕੁਆਲੀਫਿਕੇਸ਼ਨ ਦਾ ਯੂ ਸ਼ੁੱਡ ਨੋ ਦੈਟ ਕਿ ਐਜੂਕੇਸ਼ਨ ਹੋਣੀ ਚਾਹੀਦੀ ਹੈ। ਇੱਕ ਮੈਨੇਜਰ ਆ ਉਹਦੇ ਕੋਲ ਐਜੂਕੇਸ਼ਨ ਹੋਣੀ ਚਾਹੀਦੀ। ਗੁੱਡ ਅਕੈਡਮਿਕ ਡਿਗਰੀ ਫਰਮ ਯੂਨੀਵਰਸਿਟੀ, ਪ੍ਰੈਫਰੇਬਲ ਇਨ ਕਮਰਸ ਐਂਡ ਮੈਨੇਜਮੈਂਟ। ਉਹਦੇ ਕੋਲ ਡਿਗਰੀ ਹੋਣੀ ਚਾਹੀਦੀ ਕਮਰਸ ਦੀ, ਠੀਕ ਹੈ। ਪ੍ਰੋਫੈਂਸੀ ਇਨ ਇੰਗਲਿਸ਼ ਐਂਡ ਅਦਰ ਰੀਜਨਲ ਲੈਂਗੁਏਜਿਸ, ਮਤਲਬ ਕਿ ਉਹਨੂੰ ਇੰਗਲਿਸ਼ ਆਉਣੀ ਚਾਹੀਦੀ, ਤਾਂ ਬਾਕੀ ਜਿਹੜੀਆਂ ਜੇ ਪੰਜਾਬ 'ਚ ਆ ਤਾਂ ਪੰਜਾਬੀ ਵੀ ਆਉਣੀ ਚਾਹੀਦੀ ਆ। ਜੇ ਕੋਈ ਹੋਰ ਸਟੇਟ ਆ, ਦਿੱਲੀ ਆ, ਤਾਂ ਇੰਗਲਿਸ਼ ਦੇ ਨਾਲ ਉਹਨੂੰ ਹਿੰਦੀ ਵੀ ਆਉਣੀ ਚਾਹੀਦੀ ਹੈ। ਸਪੈਸ਼ਲਾਈਜ਼ਡ ਡਿਪਲੋਮਾ ਇਨ ਆਫਿਸ ਮੈਨੇਜਮੈਂਟ ਔਰ ਸੈਕਟਰ ਪ੍ਰੈਕਟਿਸ ਐਂਡ ਡਾਟਾ ਪ੍ਰੋਸੈਸਿੰਗ। ਕਹਿੰਦੇ ਕਿ ਉਹਦੇ ਕੋਲ ਜੇ ਇੱਕ ਹੋਰ ਵਧੀਆ ਮੈਨੇਜਰ ਬਣ ਸਕਦਾ ਤਾਂ ਉਹਦੇ ਕੋਲੋਂ ਇੱਕ ਮੈਨੇਜਮੈਂਟ ਦਾ ਡਿਪਲੋਮਾ ਵੀ ਹੋਣਾ ਚਾਹੀਦਾ 1 ਸਾਲ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਹੀ ਸ਼ੁੱਡ ਹੈਵ ਫੋਲੋਇੰਗ ਕੁਆਲਿਟੀਜ਼, ਠੀਕ ਹੈ ਜੀ। ਆਪਾਂ ਉਹੀ ਚੀਜ਼ ਦੇਖੋ, ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਹਾਂ, ਕੁਆਲੀਫਿਕੇਸ਼ਨ, ਹੀ ਸ਼ੁੱਡ ਹੈਵ ਫੋਲੋਇੰਗ ਕੁਆਲਿਟੀਜ਼। ਹੁਣ ਮੈਂ ਕੁਆਲਿਟੀਜ਼ ਆਫ ਐਨ ਆਫਿਸ ਮੈਨੇਜਰ, ਬੱਚੇ ਇੱਕ ਗੱਲ ਮੇਰੀ ਧਿਆਨ ਦੇ ਨਾਲ ਦੇਖੋ, ਉਹਨੇ ਕੀ ਆ, ਕੁਆਲਿਟੀਜ਼ ਅਤੇ ਕੁਆਲੀਫਿਕੇਸ਼ਨ ਦੋਵਾਂ 'ਚ ਸੇਮ ਚੀਜ਼ ਲਿਖੀ ਹੈ, ਠੀਕ ਹੈ ਜੀ। ਸੋ ਤੁਸੀਂ ਪੇਪਰ 'ਚ ਜੇ ਤੁਹਾਨੂੰ ਕੁਐਸਚਨ ਆ ਜਾਂਦਾ ਵਾ, ਵਟ ਆਰ ਦ ਕੁਆਲਿਟੀਜ਼ ਉਹਨੇ ਆਰ ਰੈਫਰਡ ਐਜ਼ ਫੋਲੋਇੰਗ ਕੁਆਲਿਟੀਜ਼ ਐਂਡ ਕੁਆਲੀਫਿਕੇਸ਼ਨਸ ਆਰ ਐਕਸਪੈਕਟਡ ਫਰਮ। ਜੇ ਤੁਸੀਂ ਓਬਵੀਅਸਲੀ ਜੇ ਤੁਹਾਨੂੰ ਇਕੱਲਾ ਆ ਜਾਂਦਾ ਹੈ ਕਿ ਕੁਆਲਿਟੀਜ਼ ਲਿਖੋ, ਠੀਕ ਆ, ਕੱਲਾ ਕੁਆਲਿਟੀਜ਼ ਆ ਜਾਂਦੀਆਂ, ਅਤੇ ਇਕੱਲੇ ਕੁਆਲਿਟੀਜ਼ ਤੁਸੀਂ ਲਿਖੋਗੇ ਪਰਸਨਲ ਕੁਆਲਿਟੀਜ਼, ਐਜੂਕੇਸ਼ਨਲ ਐਂਡ ਟ੍ਰੇਨਿੰਗ, ਉਹਦੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਵਾ, ਗੁੱਡ ਆਰਗੇਨਾਈਜ਼ਰ ਹੋਣਾ ਚਾਹੀਦਾ। ਬਟ ਜੇ ਤੁਹਾਨੂੰ ਆ ਜਾਂਦਾ ਕੁਆਲਿਟੀਜ਼ ਐਂਡ ਕੁਆਲੀਫਿਕੇਸ਼ਨ, ਫਿਰ ਤੁਸੀਂ ਇਹ ਸਾਰਾ ਲਿਖੋਗੇ। ਸਮਝ ਆ ਰਹੀ ਹੈ। ਜੇ ਤੁਹਾਨੂੰ ਇਕੱਲਾ ਆ ਜਾਂਦਾ ਵਟ ਆਰ ਦ ਕੁਆਲਿਟੀਜ਼ ਦਾ ਮਤਲਬ ਇਹ ਹੈ ਕਿ ਉਹਦੇ ਕੋਲ ਕਿਹੜੀਆਂ ਕੁਆਲਿਟੀਜ਼ ਆ, ਫਿਰ ਤੁਸੀਂ ਆ ਲਿਖੋਗੇ। ਬਟ ਜੇ ਆਉਂਦਾ ਕੁਆਲਿਟੀਜ਼ ਐਂਡ ਕੁਆਲੀਫਿਕੇਸ਼ਨ, ਫਿਰ ਤੁਸੀਂ ਆ ਸਾਰੀਆਂ ਲਿਖੋਗੇ, ਠੀਕ ਹੈ ਜੀ। ਹੁਣ ਦੇਖੋ ਕੁਆਲਿਟੀਜ਼ ਉਹਦੇ ਕੋਲ ਗਾੜੀ, ਉਹਨੇ ਫਿਰ ਕੁਆਲੀਫਿਕੇਸ਼ਨ ਉਹਨੇ ਕਿਹਾ ਉਹਦੇ ਕੋਲ ਐਜੂਕੇਸ਼ਨ ਹੋਣੀ ਚਾਹੀਦੀ ਆ, ਬਟ ਉਹਨੇ ਨੈਕਸਟ ਕੀ ਲਿਖਤਾ ਵਾ ਕਿ ਉਹਦੇ ਕੋਲ ਕੁਆਲਿਟੀਜ਼ ਫਿਰ ਕਿਹੜੀਆਂ ਚਾਹੀਦੀਆਂ, ਟ੍ਰੇਨਿੰਗ ਹੋਣੀ ਚਾਹੀਦੀ ਆ। ਓਬਵੀਅਸਲੀ ਉਹਨੂੰ ਟ੍ਰੇਨ ਹੋਣਾ ਚਾਹੀਦਾ, ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿਹੜੀ ਮਸ਼ੀਨ ਕਿੱਦਾਂ ਚਲਾਉਣੀ ਹੈ, ਠੀਕ ਹੈ ਜੀ। ਐਕਸਪੀਰੀਅੰਸ, ਉਹਦੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ। ਹੀ ਮਸਟ ਹੈਵ ਐਕਸਪੀਰੀਅੰਸ ਇਨ ਸਿਮਿਲਰ ਪੋਜੀਸ਼ਨ ਦ ਸੇਮ ਟਾਈਪ ਆਫ ਇੰਡਸਟਰੀ। ਐਕਸਪੀਰੀਅੰਸ ਮੈਨੇਜਰ ਇਜ਼ ਐਨ ਐਸੈਟ ਫॉर ਦ, ਉਹਦੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ। ਸਮਝ ਆ ਰਹੀ ਹੈ ਨਾ। ਪ੍ਰੋਫੈਸ਼ਨਲ ਇੰਟਰਸਟ, ਹੀ ਮਸਟ ਹੈਵ take keen interest in the development of technology having impact on office work. It is appreciated if he is a member of some professional body in the field of management. He must read and subscribe newspaper, magazines and journals in the field of office and management. ਕਹਿੰਦਾ ਪ੍ਰੋਫੈਸ਼ਨਲ ਇੰਟਰਸਟ ਹੋਣਾ ਚਾਹੀਦਾ ਕਿ ਇੱਕ ਮੈਨੇਜਰ ਆ ਉਹ ਹਰ ਇੱਕ ਚੀਜ਼ 'ਚ ਇੰਟਰਸਟ ਲੈਣਾ ਚਾਹੀਦਾ। ਉਹਨੂੰ ਕੀ ਕਹਿੰਦਾ ਵਾ ਕਿ
ਉਹਨੂੰ ਰੀਡ ਕਰਨੀਆਂ ਚਾਹੀਦੀਆਂ ਨਿਊਜ਼ਪੇਪਰ ਮੈਗਜ਼ੀਨਸ, ਤਾਂ ਕਰਕੇ ਉਹਨੂੰ ਪਤਾ ਚੱਲ ਸਕੇਗੀ ਜਿਹੜੀਆਂ ਬਾਕੀ ਕੰਪਨੀਜ਼ ਆ ਉਹ ਕਿਹੜੇ ਅਕੋਰਡਿੰਗ ਚੱਲਣ ਦੀਆਂ। ਠੀਕ ਆ ਜੀ। ਲਾਸਟ ਵਨ ਇਜ਼ ਦੈਟ ਪਰਸਨਲ ਕੁਆਲਿਟੀਜ਼। ਪਰਸਨਲ ਕੁਆਲਿਟੀਜ਼ ਆਪਾਂ ਪਿੱਛੇ ਹੁਣੇ ਪੜ੍ਹ ਚੁੱਕੇ ਹਾਂ। ਪਰਸਨਲ ਕੁਆਲਿਟੀਜ਼ ਦਾ ਮਤਲਬ ਉਹਦੇ ਵਿੱਚ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ, ਇਮੋਸ਼ਨਲ ਕੰਟਰੋਲ, ਲੀਡਰਸ਼ਿਪ ਕੁਆਲਿਟੀਜ਼ ਹੋਣੀਆਂ ਚਾਹੀਦੀਆਂ, ਸੈਲਸ ਆਫ ਰਿਸਪੋਂਸਿਬਿਲਿਟੀ, ਡਿਸਪਲਿਨ। ਠੀਕ ਆ ਜੀ, ਸਮਝ ਆ ਰਹੀ ਹੈ। ਸੋ ਇਹ ਉਹਦੀਆਂ ਪਰਸਨਲ ਕੁਆਲਿਟੀਜ਼ ਹੋ ਗਈਆਂ ਜੋ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਸਿੰਪਲ ਆ ਸਾਰਾ ਕੁਝ, ਸਿੰਪਲ, ਇਹ 'ਚ ਕੁਝ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਆ, ਸਿਰਫ ਥੋੜ੍ਹਾ ਜਿਹਾ ਮੈਂ ਸਮਝਾਇਆ ਕਿਉਂਕਿ ਮੈਂ ਤੁਹਾਨੂੰ ਕਹੀ ਆਪਣੇ ਆਪ ਪੜ੍ਹ ਲਿਓ, ਬਟ ਮੈਨੂੰ ਨਹੀਂ ਲੱਗਦਾ ਹੋਏਗਾ ਪੜ੍ਹਿਆ ਹੋਏਗਾ, ਫਿਰ ਵੀ ਮੈਂ ਤੁਹਾਨੂੰ ਕਰਵਾ ਦਿੱਤਾ ਹੈ। ਆਰਟ ਆਫ ਡੈਲੀਗੇਸ਼ਨ। ਆਰਟ ਆਫ ਡੈਲੀਗੇਸ਼ਨ ਦਾ ਮਤਲਬ ਹੁੰਦਾ ਆਪਣਾ ਕੰਮ ਵੰਡ ਦੇਣਾ, ਜਿਹੜੀ ਪਾਵਰ ਆ ਉਹ ਵੰਡ ਦੇਣੀ। ਠੀਕ ਹੈ ਜੀ। Modern office have too many arduous tasks to perform. It becomes really difficult for the office manager to look at these activities himself. This forces him to share his burden of work with his subordinates through delegation of authorities. Delegation or transfer of power is an art which the office manager should master. ਕਹਿੰਦਾ delegation of or transfer ਇਹਦੇ ਵਿੱਚ ਪਾਵਰ ਦਾ ਮਤਲਬ ਇਹ ਆ ਕਿ ਆਰਟ ਆਫ ਡੈਲੀਗੇਸ਼ਨ ਦਾ ਮਤਲਬ ਆ ਕਿ ਤੁਸੀਂ ਆਪਣੀ ਡੈਲੀਗੇਸ਼ਨ ਦਾ ਮਤਲਬ ਇਹ ਕਿ ਆਪਣੀ ਜਿਹੜੀ ਪਾਵਰ ਆ ਉਹਨੂੰ ਕੀ ਕਰ ਦੇਣਾ, ਤੁਸੀਂ ਵੰਡ ਦੇਣਾ। ਠੀਕ ਆ। ਜਦੋਂ ਪਾਵਰ ਕਿਹਦੇ ਵਿੱਚ ਵੰਡੋਗੇ, ਸਬੋਰਡੀਨੇਟਸ ਦੇ ਵਿੱਚ। ਫॉर ਦਿਸ ਹੀ ਸ਼ੁੱਡ ਹੈਵ ਕੌਨਫੀਡੈਂਸ ਨਾਟ ਓਨਲੀ ਇਨ ਹਿਮਸੈਲਫ ਬਟ ਆਲਸੋ ਇਨ ਸਬੋਰਡੀਨੇਟਸ। ਓਬਵੀਅਸਲੀ ਜੇ ਉਹਨੇ ਆਪਣੇ ਕੰਮ ਵੰਡਣਾ ਵਾ ਤਾਂ ਉਹਨੂੰ ਇਹ ਕੌਨਫੀਡੈਂਸ ਹੋਣਾ ਚਾਹੀਦਾ ਕਿ ਹਾਂ ਜੇ ਮੈਂ ਕਿਸੇ ਨੂੰ ਆਪਣਾ ਕੰਮ ਵੰਡਿਆ ਵਾ ਤੇ ਉਹ ਵਰਕਰ ਮੇਰਾ ਕੰਮ ਕਰ ਦਊਗਾ। ਠੀਕ ਆ। ਹੀ ਸ਼ੁੱਡ ਬੀ ਏਬਲ ਟੂ ਕਲੈਰੀਫਾਈ ਹਿਜ਼ ਸਬੋਰਡੀਨੇਟਸ ਦੇਅਰ ਅਥੋਰਿਟੀਜ਼ ਐਂਡ ਰਿਸਪੋਂਸਿਬਿਲਿਟੀ ਐਂਡ ਦੇਅਰ ਰੋਲ ਇਜ਼ ਇਨ ਸੈਟਿਸਫਾਈਂਗ ਦ ਐਂਟੀਸਿਪੇਟਿਡ ਡਿਮਾਂਡ ਆਫ ਦ ਕੰਸਰਨਡ ਜੋਬਸ। ਕਹਿੰਦੇ ਕਿ ਉਹਨੂੰ ਉਹ ਕਲੈਰੀਫਾਈ ਕਰ ਦੇਣਾ ਚਾਹੀਦਾ ਵਰਕਰਸ ਨੂੰ ਕਿ ਤੁਸੀਂ ਆਹ ਕੰਮ ਕਰਨਾ, ਕਿੱਦਾਂ ਕਰਨਾ, ਤੇ ਸਾਰਾ ਕੁਛ। ਠੀਕ ਹੈ ਜੀ। ability to organize। ਕਹਿੰਦਾ ਵਾ ability to organize. Office manager should be an able organizer. He should have a clear vision of the future so that he can foresee the nature and amount of resources needed in the future. He should also know the art of procuring these resources at right time and at right cost। ਕਹਿੰਦਾ ਕਿ ability to organize ਦਾ ਮਤਲਬ ਹੁੰਦਾ ਹੈ ਕਿ ਇੱਕ ਮੈਨੇਜਰ ਉਹੀ ਵਧੀਆ ਜਿਹਨੂੰ ਔਰਗਨਾਈਜ਼ ਕਰਨਾ ਆਉਂਦਾ ਹੋਵੇ ਸਾਰਾ ਕੁਝ, ਕਿ ਉਹਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਫਿਊਚਰ ਉਹਨੂੰ ਥੋੜ੍ਹਾ ਬਹੁਤਾ ਸਮਝ ਲੈਣਾ ਚਾਹੀਦਾ ਵਾ ਕਿ ਫਿਊਚਰ ਦੇ ਵਿੱਚ ਆਹ ਚੀਜ਼ ਦੀ ਡਿਮਾਂਡ ਜ਼ਿਆਦਾ ਹੋਊਗੀ, ਸੋ ਆਹ ਪ੍ਰੋਡਕਟ ਜ਼ਿਆਦਾ ਬਣਾਈਏ। ਸੋ ਕਹਿੰਦਾ ਵਾ ਕਿ ਉਹਨੂੰ ਰਾਈਟ ਟਾਈਮ 'ਤੇ ਰਾਈਟ ਕੋਸਟ ਦਾ ਪਤਾ ਹੋਣਾ ਚਾਹੀਦਾ ਕਿ ਆਹ ਜਿੱਦਾਂ ਹੁਣ ਦੇਖੋ ਕਿ ਲੋਕਡਾਊਨ ਚੱਲ ਰਿਹਾ ਹੈ ਅਤੇ ਕਈ ਆਫਿਸ ਆਫਿਸਿਸ ਆ ਜਾਂ ਬਿਜ਼ਨਸਮੈਨਸ ਆ ਉਹ ਘੱਟ ਰੇਟਾਂ 'ਤੇ ਚੀਜ਼ਾਂ ਦੇਈ ਜਾ ਰਹੇ ਨੇ। ਉਹਨਾਂ ਨੂੰ ਇਹ ਕਿ ਸਾਡੀ ਵੱਧ ਤੋਂ ਵੱਧ ਚੀਜ਼ਾਂ ਵੀ ਸੈੱਲ ਹੋਈ ਜਾਣ ਅਤੇ ਘੱਟ ਰੇਟ ਦੇ। ਸੋ ਕਹਿੰਦੇ ਕਿ ਇੱਕ ਮੈਨੇਜਰ ਉਹੀ ਵਧੀਆ ਜਿਹਨੂੰ ਇਹ ਪਤਾ ਹੋਵੇ ਕਿ ਕਿਹੜੇ ਟਾਈਮ 'ਤੇ ਕਿੰਨੇ ਦੀ ਚੀਜ਼ ਸੈੱਲ ਕਰਨੀ। ਹੀ ਮਸਟ ਬੀ ਕੈਪੇਬਲ ਆਫ ਡਿਟਰਮਾਈਨਿੰਗ ਦ ਆਪਟੀਮਲ ਯੂਜ਼ ਆਫ ਦਿਸ ਰਿਸੋਰਸਿਸ ਇਨ ਆਰਡਰ ਟੂ ਰਿਅਲਾਈਜ਼ ਦ ਆਰਗੇਨਾਈਜੇਸ਼ਨਲ ਗੋਲਸ। ਉਹਦੇ ਕੋਲ ਲੀਡਰਸ਼ਿਪ ਕੁਆਲਿਟੀਜ਼ ਹੋਣੀਆਂ ਚਾਹੀਦੀਆਂ। ਓਬਵੀਅਸਲੀ ਬੱਚੇ ਲੀਡਰਸ਼ਿਪ ਕੁਆਲਿਟੀਜ਼ ਦਾ ਤੁਹਾਨੂੰ ਪਤਾ ਹੈ ਕਿ ਉਹਨੂੰ ਇੱਕ ਵਧੀਆ ਲੀਡਰ ਹੋਣਾ ਚਾਹੀਦਾ ਹੈ। ਜੇ ਉਹ ਲੀਡਰ ਹੀ ਨਹੀਂ ਇੱਕ ਵਧੀਆ ਹੋਇਆ ਅਤੇ ਜੇ ਉਹਦੇ ਪਿੱਛੇ ਲੱਗ ਕੇ ਲੋਕ ਇਨਫਲੂਐਂਸ ਹੀ ਨਾ ਹੋਏ, ਲੋਕ ਉਹਦੀ ਗੱਲ ਹੀ ਨਹੀਂ ਮੰਨਣਗੇ, ਵਰਕਰ ਉਹਦੀ ਗੱਲ ਨਹੀਂ ਮੰਨਣਗੇ, ਦੈਟ ਮੀਨਸ ਉਹ ਇੱਕ ਵਧੀਆ ਲੀਡਰ ਨਹੀਂ ਹੈ। Position and status. Last one is that he is an executive at top level of the organization and is key man who is aware of all the jobs in the organization. He is known by the designation like general manager, office manager। ਆਪਾਂ ਪਹਿਲਾਂ ਪੜ੍ਹ ਚੁੱਕੇ ਉਹਨੂੰ ਕਿਹੜੀ ਪੋਸਟ, ਉਹਨੂੰ ਕਿਹੜੇ ਨਾਮ ਦਿੱਤੇ ਗਏ, ਜਨਰਲ ਮੈਨੇਜਰ, ਆਫਿਸ ਮੈਨੇਜਰ, ਕੰਟਰੋਲਰ, ਐਡਮਿਨਿਸਟ੍ਰੇਟਿਵ ਐਕਸਟਰਾ। He holds an important position in an organization. He acts as an line manager as well as staff manager in an organization. In an organization he acts as a leader, organizer and counselor। ਜੋ ਬੱਚੇ ਪੜ੍ਹ ਚੁੱਕੇ हैं ਸਾਰਾ ਕੁਝ ਉਹੀ ਹੈ, ਮੈਂ ਬਾਰ-ਬਾਰ ਕਹਿ ਰਹੀ ਹਾਂ। ਕੁਐਸਚਨ ਆ ਜਾਂਦਾ ਇਕੱਲਾ ਕੁਆਲਿਟੀਜ਼ ਦਾ। ਠੀਕ ਹੈ, ਕੁਆਲਿਟੀਜ਼ ਆ ਲੈ ਦੇਣੀਆਂ ਤੁਸੀਂ ਉਹਦੇ ਵਿੱਚ। ਠੀਕ ਹੈ, ਗੁੱਡ ਔਰਗਨਾਈਜ਼ਰ। ਠੀਕ ਹੈ ਜੀ। ਜੇ ਤੁਹਾਡੀ ਕੁਆਲੀਫਿਕੇਸ਼ਨ ਆ ਜਾਂਦੀ ਆ, ਕੁਆਲੀਫਿਕੇਸ਼ਨ 'ਚ ਤੁਸੀਂ ਲਿਖੋਗੇ ਐਜੂਕੇਸ਼ਨ। ਠੀਕ ਆ ਜੀ। ਐਜੂਕੇਸ਼ਨ, ਕੁਆਲਿਟੀਜ਼ ਐਂਡ ਕੁਆਲੀਫਿਕੇਸ਼ਨ ਆ ਜਾਂਦਾ, ਕੁਆਲਿਟੀਜ਼ ਐਂਡ ਕੁਆਲੀਫਿਕੇਸ਼ਨ, ਫਿਰ ਤੁਸੀਂ ਆ ਸਾਰਾ ਲਿਖੋਗੇ। ਠੀਕ ਹੈ ਜੀ। ਜੇ ਇਕੱਲਾ ਕੁਆਲਿਟੀਜ਼ ਆ ਜਾਂਦੀਆਂ ਫਿਰ ਆ, ਬਟ ਜੇ ਕੁਆਲਿਟੀਜ਼ ਐਂਡ ਕੁਆਲੀਫਿਕੇਸ਼ਨ ਆ ਜਾਂਦਾ ਫਿਰ ਸਾਰਾ ਲਿਖੋਗੇ। ਠੀਕ ਹੈ, ਦੈਟਸ ਆਲ ਫॉर ਟੂਡੇ ਬੱਚੇ।